ਪਹਿਲਾਂ ਤਾਂ ਗੱਲ ਇਹ ਆ ਵੀ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਇਹਦਾ ਨਾਮ ਰੱਖਿਆ ਸੀ ਅਸੀਂ ਤਖਤ ਹਿਲਾਓ ਰੈਲੀ। ਸਾਨੂੰ ਖੁਸ਼ੀ ਆ ਵੀ ਤਖਤ ਹਿੱਲ ਗਿਆ ਆ। ਕਿਹਾ ਸੀਗਾ ਉਦੋਂ ਵੀ ਕਿਹਾ ਸੀਗਾ, ਮੈਂ ਕਿਹਾ ਜਿਹੜਾ ਤਖਤ ਕਮਜ਼ੋਰ ਹੋਊਗਾ, ਜਿਹੜਾ ਤਖਤ ਜ਼ਾਲਮ ਹੋਊਗਾ ਉਹ ਆਪਣੇ ਆਪ ਹੀ ਹਿੱਲ ਜੂਗਾ। ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਹੈ ਵੀ ਬਿਨਾਂ ਹਜੇ ਤਾਂ ਅਸੀਂ ਮਾਈਕ ਤੇ ਹਜੇ ਬੋਲਣਾ ਸੀ ਤੇ ਪਹਿਲਾਂ ਹੀ ਉਹ ਤਖਤ ਹਿੱਲ ਗਿਆ ਜ਼ਾਲਮਾਂ ਦਾ। ਇਹ ਉਹ ਤਖਤ ਹਿੱਲਿਆ ਜਿਹਦੇ ਉੱਤੇ ਬਹਿ ਕੇ ਸੱਤਾਧਾਰੀ ਇਹ ਨਸ਼ੇ 'ਚ ਚੂਰ ਹੋ ਗਿਆ, ਤਾਕਤ ਦੇ ਨਸ਼ੇ 'ਚ, ਵੀ ਇਸ ਤਖਤ ਤੇ ਬਿਠਾਉਣ ਵਾਲੇ ਵੀ ਤੁਹਾਨੂੰ ਇਹੀ ਲੋਕ ਸੀ। ਅਸੀਂ 2 ਦਿਨ ਪਹਿਲਾਂ ਡੀਸੀ ਆਫਿਸ ਜਾਂਦੇ ਆ, ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਪਰਮਿਸ਼ਨ ਹੈ ਜਿਹੜੀ ਉਹ ਲਾ ਹੋ ਚੁੱਕੀ ਹੈ, ਤੁਸੀਂ ਜਾ ਕੇ ਆਪਦੀ ਰੈਲੀ ਕਰੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ 13 ਦਿਨਾਂ ਬਾਅਦ ਅੱਜ ਸਵੇਰੇ ਪੁਲਿਸ ਆਉਂਦੀ ਹੈ, ਡੀਐਸਪੀ ਸਾਹਿਬ ਆਉਂਦੇ, ਐਸਐਸਪੀ ਸਾਹਿਬ ਆਉਂਦੇ ਆ ਤੇ ਆ ਕੇ ਕਹਿੰਦੇ ਟੈਂਟ ਪੱਟੋ। ਕਿਉਂ ਪੱਟੋ? ਕਹਿੰਦੇ ਕਿਉਂਕਿ ਪਰਮਿਸ਼ਨ ਨਹੀਂ। ਇਸ ਰੈਲੀ ਨੂੰ ਰੋਕਣ ਵਾਲੀ ਗੱਲ ਜਿਹੜੀ ਇਹ ਮੰਤਰੀ ਸਾਹਿਬ ਨੇ ਕੀਤੀ ਹੈ, ਉਹਨੇ ਸਾਬਤ ਕਰਤਾ ਕਿ ਡੈਮੋਕ੍ਰੇਸੀ ਭਾਵਾਂ ਜ਼ਰੂਰ ਹੈਗੀ ਹੈ, ਪਰ ਇਹ ਕਠਪੁਤਲੀ ਆ ਇਹਨਾਂ ਮੰਤਰੀਆਂ ਤੇ ਇਹਨਾਂ ਐਮਐਲਏਆਂ ਦੇ ਹੱਥਾਂ ਦੇ ਵਿੱਚ। ਇਹ ਜਦੋਂ ਚਾਹਣ ਆਮ ਲੋਕਾਂ ਦੀ ਆਵਾਜ਼ ਨੂੰ ਦਬਾ ਸਕਦੇ ਆ। ਅਸੀਂ ਵਿਧਾਨ ਸਭਾ ਦੀ ਇੱਥੋਂ ਇਲੈਕਸ਼ਨ ਲੜਨੀ ਸੀਗੀ ਮੋਹਿਤ ਮਹਿੰਦਰਾ ਦੇ ਖਿਲਾਫ। ਪਟਿਆਲਾ ਦਿਹਾਤੀ ਤੋਂ ਅਸੀਂ ਅੱਜ ਅਨਾਉਂਸ ਕਰਨਾ ਸੀਗਾ, ਵੱਡਾ ਕਾਫਲਾ ਵੱਡੀ ਗਿਣਤੀ ਦੇ ਵਿੱਚ ਅਨਾਉਂਸ ਕਰਨਾ ਸੀਗਾ ਕਿ ਅਸੀਂ ਪਰਿਵਾਰਵਾਦ ਦੀ ਰਾਜਨੀਤੀ ਦੇ ਖਿਲਾਫ ਅਸੀਂ ਖੜੇ ਹੋਵਾਂਗੇ। ਅੱਜ ਦਾ ਜਿਹੜਾ ਯੂਥ ਹੈ, ਜਿਹੜਾ ਨੌਜਵਾਨ ਲੀਡਰ ਹੈ, ਉਹਨਾਂ ਦੀਆਂ ਅੱਜ ਇੱਥੇ ਪੋਲਾਂ ਖੋਲ੍ਹਣੀਆਂ ਸੀਗੀਆਂ, ਇਸ ਮੰਤਰੀ ਸਾਹਿਬ ਦੀਆਂ ਪੋਲਾਂ ਖੋਲ੍ਹਣੀਆਂ ਸੀਗੀਆਂ ਕਿ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਸ਼੍ਰੀ ਬ੍ਰਹਮਿੰਦਰਾ ਜੀ ਨੂੰ। ਉਹ ਜਿੱਥੇ ਮਰਜ਼ੀ ਜਾ ਕੇ ਫੰਡ ਦੇ ਸਕਦੇ ਆ, ਜਿੱਥੇ ਮਰਜ਼ੀ ਜਾ ਕੇ ਕੁਝ ਵੀ ਕਰ ਸਕਦੇ ਆ, ਰਿਬਨ ਕਰ ਸਕਦੇ ਆ, ਪਰ ਉਹਦੇ ਮੁੰਡੇ ਕੋਲ ਕਿਹੜਾ ਸੰਵਿਧਾਨਕ ਹੱਕ ਹੈ? ਪੈਸੇ ਵੰਡੇ ਜਾ ਰਹੇ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਤੁਹਾਡਾ ਆਉਣ ਵਾਲਾ ਰਾਜਾ ਇਹ ਹੈ, ਇਹਦੇ ਤੋਂ ਪੈਸੇ ਲਓ, ਇਹਦੇ ਪੈਰੀ ਹੱਥ ਲਾਓ ਤੇ ਤੁਸੀਂ ਆਦੀ ਹੋ ਜਾਓ ਵੀ ਤੁਸੀਂ ਇਹਦੇ ਆਉਣ ਵਾਲੇ ਹੁਣ ਗੁਲਾਮ ਹੋ। ਪੰਜਾਬ ਨੂੰ ਹੁਣ ਕੋਈ ਪਾਰਟੀ ਨਹੀਂ ਬਚਾ ਸਕਦੀ। ਪੰਜਾਬ ਨੂੰ ਜੇ ਬਚਾ ਸਕਦਾ ਤਾਂ ਪੰਜਾਬ ਦੇ ਲੋਕ ਬਚਾ ਸਕਦੇ ਆ। ਪੰਜਾਬ ਦੇ ਲੋਕ ਚੁਣ ਸਾਡਾ ਲੀਡਰ ਕੌਣ ਹੋਊਗਾ। ਅਸੀਂ ਅੱਜ ਫੇਰ ਕਹਿੰਦੇ ਆ ਇਹ ਸਾਡੇ ਟੈਂਟ ਪਟਾ ਦੇ, ਕੋਈ ਗੱਲ ਨਹੀਂ, ਅਸੀਂ ਹੁਣ ਮੰਤਰੀ ਸਾਹਿਬ ਦਾ ਘਰਾਓ ਕਰਾਂਗੇ, ਉਹ ਤਾਂ ਸਾਡਾ ਹੱਕ ਹੈ ਨਾ, ਉਹਦੇ ਲਈ ਤਾਂ ਹੁਣ ਡੀਸੀ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਜੇ ਫਿਰ ਵੀ ਕਹਿੰਦੇ ਆ ਵੀ ਹੁਣ ਘਰਾਓ ਕਰਨ ਲਈ ਵੀ ਡੀਸੀ ਤੋਂ ਪਰਮਿਸ਼ਨ ਲੈਣੀ ਪਊਗੀ, ਨਹੀਂ ਤਾਂ ਅਸੀਂ ਪਰਚੇ ਦਰਜ ਕਰਾਂਗੇ। ਇੱਥੇ ਡੀਐਸਪੀ ਸਾਹਿਬ ਧਮਕੀ ਦੇ ਕੇ ਗਏ ਆ, ਕਹਿੰਦਾ ਮੈਂ ਤੇਰੇ ਖਿਲਾਫ ਪਰਚਾ ਦਰਜ ਕਰਕੇ ਜੇਲ੍ਹ 'ਚ ਰੱਖੂੰਗਾ। ਅਸੀਂ ਤਾਂ ਕਹਿਣਾ ਚਾਹੁੰਦੇ ਆ ਵੀ ਪਾਰਟੀ ਕੋਈ ਕੁਝ ਕਰ ਹੀ ਨਹੀਂ ਸਕਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਾਰਟੀਆਂ ਦੇ ਐਮਐਲਏ ਹੁੰਦੇ ਨੇ। ਜਦੋਂ ਵੀ ਕੋਈ ਕਾਨੂੰਨ, ਜਦੋਂ ਵੀ ਕੋਈ ਪਾਲਿਸੀ ਭਾਵੇਂ ਲੋਕਾਂ ਦੇ ਖਿਲਾਫ ਆਵੇ, ਉਹਨਾਂ ਨੇ ਉੱਥੇ ਸਹਿਮਤੀ ਦੇਣੀ ਹੀ ਦੇਣੀ ਹੈ। ਅੱਜ ਪੰਜਾਬ ਨੂੰ ਅਗਰ ਕੋਈ ਆਜ਼ਾਦ ਕਰਾ ਸਕਦਾ ਹੈ ਤਾਂ ਉਹ ਪੰਜਾਬ ਦੇ ਆਪ ਦੇ ਲੋਕ ਨੇ। ਪੰਜਾਬੀਓ, ਅਸੀਂ ਵੱਡਾ ਦਿੱਲੀ ਦਾ ਤਖਤ ਹਿਲਾਤਾ ਤੇ ਕੀ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕਦੇ? ਇਹ ਲੀਡਰ ਸਰਕਾਰਾਂ ਬਣਾਉਣਗੇ, ਇਹ ਕਾਲੇ ਅੰਗਰੇਜ਼ ਸਰਕਾਰਾਂ ਹੀ ਬਣਾਉਂਦੇ ਰਹਿਣਗੇ। ਕਦੋਂ ਤੱਕ ਅਸੀਂ ਗੁਲਾਮ ਰਹਾਂਗੇ ਇਹਨਾਂ ਦੇ? ਸਾਡੇ ਮਾਂ ਪਿਓ ਇਹਨਾਂ ਦੇ ਗੁਲਾਮ ਰਹੇ, ਇਹਨਾਂ ਮੰਤਰੀਆਂ ਦੇ ਗੁਲਾਮ ਰਹੇ, ਫਿਰ ਅਸੀਂ ਗੁਲਾਮ ਰਹੇ, ਕੀ ਆਉਣ ਵਾਲੀ ਸਾਡੀ ਪੀੜ੍ਹੀ ਵੀ ਗੁਲਾਮ ਰਹੇ? ਔਨ 에ਅਰ ਤੇ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਪਰਵਿੰਦਰ ਸਿੰਘ ਚੱਡਾ। ਅੱਜ ਪਟਿਆਲਾ ਦੇ ਦਿਹਾਤੀ ਦੀ ਗੱਲ ਕਰੀਏ, ਪਟਿਆਲਾ ਦਿਹਾਤੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਰੱਖੀ ਗਈ ਸੀ, ਤਖਤ ਹਿਲਾਓ ਰੈਲੀ, ਜਿਹੜੀ ਕਿ ਸੈਫੀ ਗਰੁੱਪ ਵੱਲੋਂ ਰੱਖੀ ਗਈ ਸੀ। ਪਹਿਲਾਂ ਤਸਵੀਰ ਦੇਖੋ ਤੁਸੀਂ ਸਟੇਜ ਦੀ ਤਸਵੀਰ ਦੇਖੋ। ਸਟੇਜ ਜਿਹੜੀ ਪੱਟ ਰਹੇ ਨੇ, ਸਟੇਜ ਨੂੰ ਖੋਲ ਰਹੇ ਨੇ। ਇਸ ਤੋਂ ਤੁਸੀਂ ਇਸ਼ਾਰਾ ਸਮਝੋ ਕਿ ਇਹ ਜਿਹੜੀ ਰੈਲੀ ਹੋ ਨਹੀਂ ਰਹੀ। ਹੁਣ ਇਹ ਰੈਲੀ ਕਿਉਂ ਨਹੀਂ ਹੋ ਰਹੀ? ਕੀ ਇਹਦੀ ਪਰਮਿਸ਼ਨ ਨਹੀਂ ਲਈ ਗਈ ਸੀ ਜਾਂ ਕਿਹੜੇ ਹੋਰ ਗੱਲਾਂ ਨੇ ਜਿਨ੍ਹਾਂ ਕਰਕੇ ਅੱਜ ਇਹ ਰੈਲੀ ਜਿਹੜੀ ਸੈਫੀ ਗਰੁੱਪ ਵੱਲੋਂ ਰੱਖੀ ਗਈ ਸੀ, ਜਿਹਦੀ ਪ੍ਰਧਾਨਗੀ ਕਰ ਰਹੇ ਸੀ ਗੋਲਡੀ ਲਦੇਨ ਸਾਡੇ ਨਾਲ ਨੇ। ਗੱਲਬਾਤ ਕਰਾਂਗੇ, ਜਾਣਾਂਗੇ ਕੀ ਸਾਰਾ ਮਾਮਲਾ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਯੂਥ ਜਿਹੜਾ ਇਹਨਾਂ ਕੋਲ ਪਹੁੰਚਿਆ ਹੋਇਆ ਹੈ। ਇਹਨਾਂ ਨੇ ਕਾਲ ਦਿੱਤੀ ਸੀ ਯੂਥ ਨੂੰ ਇੱਥੇ ਪਹੁੰਚਣ ਦੇ ਲਈ, ਤਖਤ ਹਿਲਾਓ ਰੈਲੀ ਦੇ ਲਈ। ਸੋ ਯੂਥ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਯੂਥ ਪਹੁੰਚਿਆ ਹੋਇਆ ਹੈ, ਪਰ ਰੈਲੀ ਜਿਹੜੀ ਕਿ ਹੋ ਨਹੀਂ ਰਹੀ। ਕੀ ਕਾਰਨ ਨੇ ਬਾਈ ਜੀ, ਜਿਹੜੀ ਰੈਲੀ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ? ਪਹਿਲਾਂ ਤਾਂ ਗੱਲ ਇਹ ਆ ਵੀ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਇਹਦਾ ਨਾਮ ਰੱਖਿਆ ਸੀ ਅਸੀਂ ਤਖਤ ਹਿਲਾਓ ਰੈਲੀ। ਸਾਨੂੰ ਖੁਸ਼ੀ ਆ ਵੀ ਤਖਤ ਹਿੱਲ ਗਿਆ ਆ। ਸਾਨੂੰ ਲੋਕਾਂ ਨੇ ਪਹਿਲਾਂ ਪੁੱਛਿਆ, ਮੈਨੂੰ ਬਹੁਤ ਸਾਰੇ ਮੇਰੇ ਵੀਰਾਂ ਦਾ ਵੀ ਫੋਨ ਆਇਆ, ਮੈਨੂੰ ਬਾਹਰੋਂ ਵੀ ਫੋਨ ਆਏ। ਮੈਨੂੰ ਉਹ ਕਹਿੰਦੇ ਵੀ ਇਹ ਤਖਤ ਹੈ ਜਿਹੜਾ ਇਹ ਹਿੱਲੂਗਾ ਕਿਹਦਾ?
ਉਹੀ ਗੱਲ ਮੈਂ ਵੀ ਕਰਨਾ ਚਾਹੁੰਦਾ ਸੀ ਮੈਂ- ਵੀ ਕਿਹਦਾ ਤਖਤ ਹਿਲਾਣਾ ਦੀ ਗੱਲ ਹੋਈ ਸੀ। ਮੈਂ ਕਿਹਾ ਸੀਗਾ ਉਦੋਂ ਵੀ ਕਿਹਾ ਸੀਗਾ, ਮੈਂ ਕਿਹਾ ਜਿਹੜਾ ਤਖਤ ਕਮਜ਼ੋਰ ਹੋਊਗਾ, ਜਿਹੜਾ ਤਖਤ ਜ਼ਾਲਮ ਹੋਊਗਾ ਉਹ ਆਪਣੇ ਆਪ ਹੀ ਹਿੱਲ ਜੂਗਾ। ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਹੈ। ਤੇ ਇਹ ਰੈਲੀ ਦੀ ਸਭ ਤੋਂ ਵੱਡੀ ਮੈਂ ਮੰਨਦਾ ਉਪਲਬਧੀ ਹੈ, ਸਾਡੀ ਅੱਜ ਕਾਮਯਾਬੀ ਹੈ ਵੀ ਬਿਨਾਂ ਹਜੇ ਤਾਂ ਅਸੀਂ ਮਾਈਕ ਤੇ ਹਜੇ ਬੋਲਣਾ ਸੀ ਤੇ ਪਹਿਲਾਂ ਹੀ ਉਹ ਤਖਤ ਹਿੱਲ ਗਿਆ ਜ਼ਾਲਮਾਂ ਦਾ। ਇਹ ਉਹ ਤਖਤ ਹਿੱਲਿਆ ਜਿਹਦੇ ਉੱਤੇ ਬਹਿ ਕੇ ਸੱਤਾਧਾਰੀ ਇਹ ਨਸ਼ੇ 'ਚ ਚੂਰ ਹੋ ਗਿਆ, ਤਾਕਤ ਦੇ ਨਸ਼ੇ 'ਚ ਵੀ ਇਸ ਤਖਤ ਤੇ ਬਿਠਾਉਣ ਵਾਲੇ ਵੀ ਤੁਹਾਨੂੰ ਇਹੀ ਲੋਕ ਸੀਗੇ। ਜਿਸ ਸੰਵਿਧਾਨ ਨੇ ਉਹਨਾਂ ਨੂੰ ਇਸ ਤਖਤ ਤੇ ਬਹਿਣ ਦਾ ਹੱਕ ਦਿੱਤਾ ਹੈ, ਉਸੇ ਸੰਵਿਧਾਨ ਨੇ ਸਾਨੂੰ ਆਪ ਦੀ ਗੱਲ ਕਰਨ ਦਾ ਵੀ ਹੱਕ ਦਿੱਤਾ ਹੈ। ਜਿਹੜੀ ਗੱਲ ਆ ਪਰਮਿਸ਼ਨ ਦੀ, ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ। ਅਸੀਂ ਆ 13/12/2021 1200 ਰੁਪਈਆ ਅਸੀਂ ਫੀਸ ਭਰਾਈ ਜਾਂਦੀ ਹੈ ਸਾਡੇ ਤੋਂ ਡੀਸੀ ਆਫਿਸ। ਉਹਦੇ ਤੇ ਸਾਡੇ ਤੋਂ ਬਕਾਇਦਾ ਡਰਾਫਟ ਕਟਾ ਕੇ ਸਾਰਾ ਨਕਸ਼ਾ ਬਣਵਾਇਆ ਜਾਂਦਾ ਹੈ। ਤੁਹਾਨੂੰ ਕੀ ਕੀ ਚਾਹੀਦਾ ਸੀ ਉਹ ਸਾਰਾ ਉੱਤੇ ਲਿਖਤੀ ਰੂਪ 'ਚ ਦਿੰਦੇ ਆ। ਅੱਜ 13 ਦਿਨਾਂ ਬਾਅਦ ਅਸੀਂ 2 ਦਿਨ ਪਹਿਲਾਂ ਡੀਸੀ ਆਫਿਸ ਜਾਂਦੇ ਆ। ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਪਰਮਿਸ਼ਨ ਹੈ ਜਿਹੜੀ ਉਹ ਲਾ ਹੋ ਚੁੱਕੀ ਹੈ, ਤੁਸੀਂ ਜਾ ਕੇ ਆਪਦੀ ਰੈਲੀ ਕਰੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ 13 ਦਿਨਾਂ ਬਾਅਦ ਅੱਜ ਸਵੇਰੇ ਪੁਲਿਸ ਆਉਂਦੀ ਹੈ, ਡੀਐਸਪੀ ਸਾਹਿਬ ਆਉਂਦੇ, ਐਸਐਸਪੀ ਸਾਹਿਬ ਆਉਂਦੇ ਆ ਤੇ ਆ ਕੇ ਕਹਿੰਦੇ ਟੈਂਟ ਪੱਟੋ। ਕਿਉਂ ਪੱਟੋ? ਕਹਿੰਦੇ ਕਿਉਂਕਿ ਪਰਮਿਸ਼ਨ ਨਹੀਂ। ਕਾਰਨ ਪਰਮਿਸ਼ਨ ਤੁਹਾਡੇ ਹੱਥ 'ਚ ਹੈ, ਪਰਮਿਸ਼ਨ ਤੁਸੀਂ ਦੇਖ ਸਕਦੇ ਹੋ। ਬਾਈ ਜੀ ਦਿਖਾ ਰਹੇ ਨੇ ਵੀ 10 ਦਿਨ ਪਹਿਲਾਂ ਪਰਮਿਸ਼ਨ ਲਈ ਸੀ, ਅੱਜ 13 ਤਾਰੀਖ ਦੀ ਪਰਮਿਸ਼ਨ ਹੈ। ਯਾਦਵਿੰਦਰ ਸਿੰਘ ਫਾਦਰ ਆਫ ਗੁਰਦੀਪ ਸਿੰਘ ਦੇ ਨਾਮ ਤੇ ਮੇਰੇ ਨਾਂ ਤੇ ਹੈ, ਮੈਂ ਹੀ ਕਰਾਈ ਸੀ, ਮੇਰੇ ਆਪ ਦੇ ਨਾਂ ਤੇ ਹੈ। ਹੁਣ ਗੱਲ ਇਹ ਹੈ, ਗੱਲ ਇਹਨਾਂ ਨੂੰ ਇਹ ਨਹੀਂ ਵੀ ਇਹਨਾਂ ਨੂੰ ਕਾਨੂੰਨ ਪਤਾ ਹੈ ਵੀ ਕਿਹੜੇ ਕਾਨੂੰਨ ਦੇ ਰਾਹੀਂ ਉਹ ਜਿਹੜੀਆਂ ਚੋਰ ਮੋਰੀਆਂ ਸੀ, ਜਿਹੜੀ ਅਸੀਂ ਕਹਿੰਦੇ ਰਹੇ ਹਾਂ, ਅਸੀਂ 15 ਅਗਸਤ ਵਾਲੇ ਦਿਨ ਵੀ ਖੜ ਕੇ ਕਿਹਾ ਸੀਗਾ ਅਸੀਂ ਆਜ਼ਾਦ ਨਹੀਂ ਹੋਏ, ਅਸੀਂ ਗੁਲਾਮ ਆ, ਇਹ ਸਾਨੂੰ ਅਧੂਰੀ ਆਜ਼ਾਦੀ ਦਿੱਤੀ ਗਈ ਹੈ। ਉਸ ਗੱਲ ਦੀ ਅੱਜ ਇਹ ਸਾਰਿਆਂ ਦੇ ਸਾਹਮਣੇ ਇਹ ਗਵਾਹ ਆ। ਇਸ ਰੈਲੀ ਨੂੰ ਰੋਕਣ ਵਾਲੀ ਗੱਲ ਜਿਹੜੀ ਇਹ ਮੰਤਰੀ ਸਾਹਿਬ ਨੇ ਕੀਤੀ ਹੈ, ਉਹਨੇ ਸਾਬਤ ਕਰਤਾ ਕਿ ਡੈਮੋਕ੍ਰੇਸੀ ਭਾਵਾਂ ਜ਼ਰੂਰ ਹੈਗੀ ਹੈ, ਪਰ ਇਹ ਕਠਪੁਤਲੀ ਆ ਇਹਨਾਂ ਮੰਤਰੀਆਂ ਤੇ ਇਹਨਾਂ ਐਮਐਲਏਆਂ ਦੇ ਹੱਥਾਂ ਦੇ ਵਿੱਚ। ਇਹ ਜਦੋਂ ਚਾਹਣ ਆਮ ਲੋਕਾਂ ਦੀ ਆਵਾਜ਼ ਨੂੰ ਦਬਾ ਸਕਦੇ ਆ। ਗੋਲਡੀ ਵੀਰੇ, ਇੱਥੇ ਮੈਂ ਇੱਕ ਕੁਐਸਚਨ ਕਰਨਾ ਚਾਹਾਂਗਾ। ਇਹ ਇਕੱਲਾ ਸੈਫੀ ਗਰੁੱਪ ਦਾ ਹੀ ਕੱਟ ਸੀ ਕਿ ਹੋਰ ਵੀ ਕੋਈ ਜਥੇਬੰਦੀਆਂ ਅੱਜ ਨਾਲ ਆ ਰਹੀਆਂ ਸੀ? ਅੱਜ ਸਿਰਫ ਸੈਫੀ ਗਰੁੱਪ ਦਾ ਕੱਟ ਸੀਗਾ। ਅੱਜ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਸੈਫੀ ਪਾਰਟੀ ਨੇ ਨੌਜਵਾਨਾਂ ਦੇ ਭਰੀ ਹੋਈ ਸਭਾ ਦੇ ਵਿੱਚ ਅੱਜ ਇੱਕ ਅਨਾਉਂਸ ਕਰਨਾ ਸੀ। ਇਹਨਾਂ ਦੀਆਂ ਸੀਆਈਡੀਆਂ ਹੁੰਦੀਆਂ ਨੇ, ਇਹਨਾਂ ਨੂੰ ਪਤਾ ਲੱਗ ਗਿਆ ਅਸੀਂ ਵਿਧਾਨ ਸਭਾ ਦੀ ਇੱਥੋਂ ਇਲੈਕਸ਼ਨ ਲੜਨੀ ਸੀਗੀ ਮੋਹਿਤ ਮਹਿੰਦਰਾ ਦੇ ਖਿਲਾਫ। ਪਟਿਆਲਾ ਦਿਹਾਤੀ ਤੋਂ ਅਸੀਂ ਅੱਜ ਅਨਾਉਂਸ ਕਰਨਾ ਸੀਗਾ, ਵੱਡਾ ਕਾਫਲਾ ਵੱਡੀ ਗਿਣਤੀ ਦੇ ਵਿੱਚ ਅਨਾਉਂਸ ਕਰਨਾ ਸੀਗਾ ਕਿ ਅਸੀਂ ਪਰਿਵਾਰਵਾਦ ਦੀ ਰਾਜਨੀਤੀ ਦੇ ਖਿਲਾਫ ਅਸੀਂ ਖੜੇ ਹੋਵਾਂਗੇ। ਅੱਜ ਦਾ ਜਿਹੜਾ ਯੂਥ ਹੈ, ਜਿਹੜਾ ਨੌਜਵਾਨ ਹੈ, ਇੱਥੇ ਵੱਡੇ ਵੱਡੇ ਜਿਹੜੇ ਲੀਡਰ ਹੈ ਉਹਨਾਂ ਦੀਆਂ ਅੱਜ ਇੱਥੇ ਪੋਲਾਂ ਖੋਲ੍ਹਣੀਆਂ ਸੀਗੀਆਂ, ਇਸ ਮੰਤਰੀ ਸਾਹਿਬ ਦੀਆਂ ਪੋਲਾਂ ਖੋਲ੍ਹਣੀਆਂ ਸੀਗੀਆਂ। ਮੇਰਾ ਇੱਕ ਸਵਾਲ ਆ ਪੂਰੇ ਪੰਜਾਬ ਦੀ ਤੁਹਾਡੇ ਮਾਧਿਅਮ ਰਾਹੀਂ ਹੈ, ਮੇਰਾ ਇੱਕ ਸਵਾਲ ਆ, ਧਿਆਨ ਨਾਲ ਸੁਣਿਓ ਪੰਜਾਬੀਓ, ਧਿਆਨ ਨਾਲ ਸੁਣਿਓ ਪੰਜਾਬੀਓ। ਮੇਰਾ ਸਵਾਲ ਹੈ, ਜਦੋਂ ਪਹਿਲਾਂ ਰਾਜਾਸ਼ਾਹੀ ਹੋਇਆ ਕਰਦਾ ਸੀ, ਰਾਜੇ ਦੇ ਘਰੇ ਪੁੱਤਰ ਜਨਮ ਹੁੰਦਾ ਸੀ ਤੇ ਜਦੋਂ ਪੁੱਤਰ ਜੰਮਦਾ ਹੁੰਦਾ ਸੀ ਤਾਂ ਉਹਦੇ ਜੰਮਣ ਤੇ ਉਪਹਾਰ ਦਿਵਸ ਰੱਖਿਆ ਜਾਂਦਾ ਸੀ। ਉਹ ਕਿਉਂ ਰੱਖਿਆ ਜਾਂਦਾ ਸੀ? ਉਹ ਇਸ ਕਰਕੇ ਰੱਖਿਆ ਜਾਂਦਾ ਸੀ ਵੀ ਜਿਹੜੇ ਲੋਕ ਨੇ ਨਾ, ਉਹ ਇਸ ਜੰਮਦੇ ਬੱਚੇ ਦੇ ਪੈਰੀ ਹੱਥ ਲਾ ਕੇ ਉਪਹਾਰ ਲੈ ਲੈਣ ਤੇ ਉਹ ਹੌਲੀ ਹੌਲੀ ਆਦੀ ਹੋ ਜਾਣ ਵੀ ਆਉਣ ਵਾਲਾ ਰਾਜਾ ਤੁਹਾਡਾ ਇਹ ਯੁਵਰਾਜ ਨੇ ਹੋਣਾ। ਇਹਦੇ ਗੁਲਾਮੀ, ਇਹਦੇ ਪੈਰੀ ਹੱਥ ਲਾਉਣ ਦੀ ਇਹਨਾਂ ਨੂੰ ਆਦਤ ਪੈ ਜੇ। ਉਸੇ ਤਰ੍ਹਾਂ ਅੱਜ ਮੇਰਾ ਸਵਾਲ ਹੈ ਕਿ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਸ਼੍ਰੀ ਬ੍ਰਹਮਿੰਦਰਾ ਜੀ ਨੂੰ। ਉਹ ਜਿੱਥੇ ਮਰਜ਼ੀ ਜਾ ਕੇ ਫੰਡ ਦੇ ਸਕਦੇ ਆ, ਜਿੱਥੇ ਮਰਜ਼ੀ ਜਾ ਕੇ ਕੁਝ ਵੀ ਕਰ ਸਕਦੇ ਆ, ਰਿਬਨ ਕਰ ਸਕਦੇ ਆ, ਪਰ ਉਹਦੇ ਮੁੰਡੇ ਕੋਲ ਕਿਹੜਾ ਸੰਵਿਧਾਨਕ ਹੱਕ ਹੈ ਉਹ ਰਿਬਨ ਕੱਟੇ? ਉਹਦੇ ਕੋਲ ਕਿਹੜਾ ਹੱਕ ਹੈ ਉਹ ਜਾ ਕੇ ਪੈਸੇ ਵੰਡੇ? ਆ ਤੁਸੀਂ ਦਿਖਾਓ, ਉਹ ਲਿਖਿਆ ਪਿਆ ਤੁਹਾਡਾ ਭਰਾ ਮੋਹਿਤ, ਇਹ ਤੁਹਾਡਾ ਭਰਾ ਮੋਹਿਤ, ਵੱਡੇ ਵੱਡੇ ਬੈਨਰ ਲੱਗੇ ਹੋਏ ਹੈ, ਪੈਸੇ ਵੰਡੇ ਜਾ ਰਹੇ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਤੁਹਾਡਾ ਆਉਣ ਵਾਲਾ ਰਾਜਾ ਇਹ ਹੈ, ਇਹਦੇ ਤੋਂ ਪੈਸੇ ਲਓ, ਇਹਦੇ ਪੈਰੀ ਹੱਥ ਲਾਓ ਤੇ ਤੁਸੀਂ ਆਦੀ ਹੋ ਜਾਓ ਵੀ ਤੁਸੀਂ ਇਹਦੇ ਆਉਣ ਵਾਲੇ ਹੁਣ ਗੁਲਾਮ ਹੋ। ਇਹ ਪਰਿਵਾਰਵਾਦ ਦੀ ਰਾਜਨੀਤੀ ਪੰਜਾਬੀਓ, ਇਹ ਤੁਹਾਨੂੰ ਖਤਮ ਕਰਨੀ ਪਊਗੀ। ਕਿਸੇ ਵੀ ਪਾਰਟੀ ਦਾ ਚੁਣਿਆ ਹੋਇਆ ਐਮਐਲਏ, ਕਿਸੇ ਵੀ ਪਾਰਟੀ ਦਾ ਚੁਣਿਆ ਹੋਇਆ ਕੋਈ ਮੰਤਰੀ ਇਹ ਲੋਕਾਂ ਦਾ ਨਹੀਂ ਹੋ ਸਕਦਾ, ਇਹ ਪਾਰਟੀਆਂ ਦਾ ਹੋਊਗਾ। ਔਰ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਤੁਹਾਡੇ ਸਾਹਮਣੇ ਹੈ। ਜਦੋਂ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਕਾਲੇ ਕਾਨੂੰਨ ਲਿਆਉਂਦੇ, ਜਦੋਂ ਕਿ ਸਟੇਟਾਂ ਦਾ ਅਧਿਕਾਰ ਸੀ ਖੇਤੀ ਦਾ, ਕੇਂਦਰ ਦਾ ਕੋਈ ਅਧਿਕਾਰ ਨਹੀਂ ਖੇਤੀ ਦੇ ਕੋਈ ਬਿੱਲ ਲਿਆਵੇ,
ਪਰ ਫਿਰ ਵੀ ਬਿੱਲ ਲਿਆਂਦਾ ਗਿਆ ਤੇ ਉਸ ਬਿੱਲ ਨੂੰ ਸਹਿਮਤੀ ਦੇ ਕੇ ਪਾਸ ਕੀਤਾ ਜਾਂਦਾ ਹੈ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ। ਤੇ ਵੋਟ ਕਿਹਨੇ ਪਾਈ? ਜਿਹੜੇ ਬੀਜੇਪੀ ਦੇ ਐਮਪੀ ਸੀਗੇ। ਹਾਲਾਂਕਿ ਐਮਪੀਆਂ ਨੂੰ ਪਤਾ ਸੀ ਇਹ ਗੈਰ ਕਾਨੂੰਨੀ ਹੋ ਰਿਹਾ ਹੈ, ਇਹ ਕਿਸਾਨਾਂ ਦੇ ਖਿਲਾਫ ਹੋ ਰਿਹਾ ਹੈ, ਪਰ ਉਹਨਾਂ ਨੇ ਫਿਰ ਵੀ ਵੋਟ ਪਾਈ। ਕਿਉਂ? ਕਿਉਂਕਿ ਉਹ ਭਾਜਪਾ ਦੇ ਮੰਤਰੀ ਨੇ, ਉਹ ਲੋਕਾਂ ਦੇ ਮੰਤਰੀ ਨਹੀਂ। ਇਸ ਕਰਕੇ ਪੰਜਾਬ ਨੂੰ ਹੁਣ ਕੋਈ ਪਾਰਟੀ ਨਹੀਂ ਬਚਾ ਸਕਦੀ। ਪੰਜਾਬ ਨੂੰ ਜੇ ਬਚਾ ਸਕਦਾ ਤਾਂ ਪੰਜਾਬ ਦੇ ਲੋਕ ਬਚਾ ਸਕਦੇ ਆ। ਪੰਜਾਬ ਦੇ ਲੋਕ ਚੁਣ ਸਾਡਾ ਲੀਡਰ ਕੌਣ ਹੋਊਗਾ। ਅਸੀਂ ਅੱਜ ਫੇਰ ਕਹਿੰਦੇ ਆ, ਇਹ ਸਾਡੇ ਟੈਂਟ ਪਟਾ ਦੇ ਕੋਈ ਗੱਲ ਨਹੀਂ, ਅਸੀਂ ਹੁਣ ਮੰਤਰੀ ਸਾਹਿਬ ਦਾ ਘਰਾਓ ਕਰਾਂਗੇ। ਉਹ ਤਾਂ ਸਾਡਾ ਹੱਕ ਹੈ ਨਾ, ਉਹਦੇ ਲਈ ਤਾਂ ਹੁਣ ਡੀਸੀ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਜੇ ਫਿਰ ਵੀ ਕਹਿੰਦੇ ਆ ਵੀ ਹੁਣ ਘਰਾਓ ਕਰਨ ਲਈ ਵੀ ਡੀਸੀ ਤੋਂ ਪਰਮਿਸ਼ਨ ਲੈਣੀ ਪਊਗੀ, ਨਹੀਂ ਤਾਂ ਅਸੀਂ ਪਰਚੇ ਦਰਜ ਕਰਾਂਗੇ। ਇੱਥੇ ਡੀਐਸਪੀ ਸਾਹਿਬ ਧਮਕੀ ਦੇ ਕੇ ਗਏ ਆ, ਕਹਿੰਦਾ ਮੈਂ ਤੇਰੇ ਖਿਲਾਫ ਪਰਚਾ ਦਰਜ ਕਰਕੇ ਜੇਲ੍ਹ 'ਚ ਧੱਕੂੰਗਾ। ਅਸੀਂ ਉਹਨੂੰ ਕਹਿਣਾ ਚਾਹੁੰਦੇ ਆ, ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ, ਨਾ ਅਸੀਂ ਥਾਣਿਆਂ ਤੋਂ ਡਰਦੇ ਆ। ਜੇ ਅਸੀਂ ਜੇਲ੍ਹਾਂ ਤੇ ਥਾਣਿਆਂ ਤੋਂ ਡਰਦੇ ਹੁੰਦੇ ਤਾਂ ਕਦੇ ਫਾਂਸੀ ਦੇ ਤਖਤਿਆਂ ਤੇ ਪਹੁੰਚ ਨਹੀਂ ਸਕਦੇ ਸੀ। ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਫਾਂਸੀ ਦੇ ਤਖਤਿਆਂ ਤੇ ਚੜ੍ਹ ਕੇ ਵੀ ਹੱਸ ਕੇ ਇਨਕਲਾਬ ਤੇ ਜਿੰਦਾਬਾਦ ਦੇ ਨਾਅਰੇ ਲਾਏ ਸੀ। ਅਸੀਂ ਨਹੀਂ ਡਰਦੇ। ਤੁਸੀਂ ਜੋ ਕਰਨਾ ਹੈ ਉਹ ਕਰ ਸਕਦੇ ਹੋ। ਅਸੀਂ ਜਾ ਕੇ ਹੁਣ ਮੰਤਰੀ ਸਾਹਿਬ ਦਾ ਘਰਾਓ ਕਰਾਂਗੇ। ਇਲੈਕਸ਼ਨ ਦੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਜ ਇਲੈਕਸ਼ਨ ਜਿਹੜਾ ਤੁਸੀਂ ਅਨਾਉਂਸ ਕਰਨਾ ਸੀ ਪਟਿਆਲਾ 2 ਤੋਂ, ਇਹ ਸੈਫੀ ਪਾਰਟੀ ਆਪਣੇ ਬਲਬੂਤੇ ਤੇ ਇਲੈਕਸ਼ਨ ਲੜ ਰਹੀ ਹੈ ਜਾਂ ਕਿਸੇ ਪਾਰਟੀ ਨਾਲ ਕੰਟਰੀਬਿਊਸ਼ਨ ਹੈ? ਨਹੀਂ, ਸਾਡਾ ਕਿਸੇ ਪਾਰਟੀ ਨਾਲ ਨਹੀਂ ਕੋਈ ਕੰਟਰੀਬਿਊਸ਼ਨ ਹੈਗਾ। ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਵੀ ਪਾਰਟੀ ਕੋਈ ਕੁਝ ਕਰ ਹੀ ਨਹੀਂ ਸਕਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਾਰਟੀਆਂ ਦੇ ਐਮਐਲਏ ਹੁੰਦੇ ਨੇ। ਜਦੋਂ ਵੀ ਕੋਈ ਕਾਨੂੰਨ, ਜਦੋਂ ਵੀ ਕੋਈ ਪਾਲਿਸੀ ਭਾਵੇਂ ਲੋਕਾਂ ਦੇ ਖਿਲਾਫ ਆਵੇ, ਉਹਨਾਂ ਨੇ ਉੱਥੇ ਸਹਿਮਤੀ ਦੇਣੀ ਹੀ ਦੇਣੀ ਹੈ। ਅੱਜ ਪੰਜਾਬ ਨੂੰ ਅਗਰ ਕੋਈ ਆਜ਼ਾਦ ਕਰਾ ਸਕਦਾ ਹੈ ਤਾਂ ਉਹ ਪੰਜਾਬ ਦੇ ਆਪ ਦੇ ਲੋਕ ਨੇ। ਪੰਜਾਬੀਓ, ਅਸੀਂ ਵੱਡਾ ਦਿੱਲੀ ਦਾ ਤਖਤ ਹਿਲਾਤਾ ਤੇ ਕੀ ਅਸੀਂ ਪੰਜਾਬ ਦੇ ਵਿੱਚ ਆਪਦੀ ਸਰਕਾਰ ਨਹੀਂ ਬਣਾ ਸਕਦੇ? ਇਹ ਲੀਡਰ ਸਰਕਾਰਾਂ ਬਣਾਉਣਗੇ, ਇਹ ਕਾਲੇ ਅੰਗਰੇਜ਼ ਸਰਕਾਰਾਂ ਹੀ ਬਣਾਉਂਦੇ ਰਹਿਣਗੇ। ਕਦੋਂ ਤੱਕ ਅਸੀਂ ਗੁਲਾਮ ਰਹਾਂਗੇ ਇਹਨਾਂ ਦੇ? ਸਾਡੇ ਮਾਪਿਓ ਇਹਨਾਂ ਦੇ ਗੁਲਾਮ ਰਹੇ, ਇਹਨਾਂ ਮੰਤਰੀਆਂ ਦੇ ਗੁਲਾਮ ਰਹੇ, ਫਿਰ ਅਸੀਂ ਗੁਲਾਮ ਰਹੇ ਕਿ ਆਉਣ ਵਾਲੀ ਸਾਡੀ ਪੀੜ੍ਹੀ ਵੀ ਗੁਲਾਮ ਰਹੇ। ਮੈਂ ਉਹ ਇੱਕ ਕਹਾਵਤ ਸੁਣਾਉ ਦੇਣਾ, ਕਹਾਵਤ ਤਾਂ ਬੜੀ ਵੱਡੀ ਹੈ, ਸਾਰਿਆਂ ਨੇ ਸੁਣੀ ਹੋਣੀ ਹੈ ਵੀ ਜੰਗਲ 'ਚ ਅੱਗ ਲੱਗੀ ਤੇ ਜਾ ਕੇ ਸਾਰੇ ਪੰਛੀ ਤੇ ਜਾਨਵਰ ਵੇਖਣ ਲੱਗ ਗਏ ਤੇ ਚਿੜੀ ਦੀ ਛੋਟੀ ਜੀ ਚੁੰਝ ਉਹ ਪਾਣੀ ਲਿਆਵੇ ਭਰ ਕੇ ਤੇ ਆ ਕੇ ਜੰਗਲ ਦੀ ਲੱਗੀ ਹੋਈ ਅੱਗ ਦੇ ਉੱਤੇ ਸੁੱਟੇ। ਜਾਨਵਰ ਪੰਛੀਆਂ ਨੇ ਕਿਹਾ ਜਾਂ ਤੇ ਮੂਰਖ ਹੈ ਤੇ ਜਾਂ ਇਹ ਪਾਗਲ ਹੈ। ਉਹਨਾਂ ਨੇ ਕਿਹਾ ਚਿੜੀਓ ਇਹ ਕੀ ਕਰੀ ਜਾਨੀ ਹੈ? ਤੇਰੀ ਛੋਟੀ ਜੀ ਚੁੰਝ ਹੈ, ਜੰਗਲ ਨੂੰ ਅੱਗ ਬੁਝਾ ਦੇਂਗੀ? ਉਹ ਕਹਿੰਦੀ ਨਹੀਂ ਬੁਝਣੀ। ਇਸ ਗੱਲ ਦਾ ਮੈਨੂੰ ਪਤਾ ਹੈ, ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਮ ਬੁਝਾਉਣ ਵਾਲਿਆਂ 'ਚ ਆਊਗਾ, ਵੇਖਣ ਵਾਲਿਆਂ 'ਚ ਨਹੀਂ। ਸੋ ਜਦੋਂ ਇਸ ਪੰਜਾਬ ਦਾ ਇਤਿਹਾਸ ਲਿਖਿਆ ਜਾਊਗਾ ਤੋਂ 10-20 ਸਾਲਾਂ ਬਾਅਦ ਸਾਡਾ ਨਾਮ ਹੋਕਾ ਦੇਣ ਵਾਲਿਆਂ 'ਚ ਆਊਗਾ ਕਿ ਇਹਨਾਂ ਨੇ ਹੋਕਾ ਦਿੱਤਾ ਸੀ, ਨਾ ਕਿ ਵੇਖਣ ਵਾਲਿਆਂ 'ਚ ਆਊਗਾ। ਇੱਕ ਗੱਲ ਹੋਰ ਹੈ, ਗੁਲਾਮ ਪੈਦਾ ਹੋਣਾ ਬਦਕਿਸਮਤੀ ਹੈ। ਗੁਲਾਮ ਪੈਦਾ ਹੋਣਾ ਬਦਕਿਸਮਤੀ ਹੈ, ਪਰ ਗੁਲਾਮ ਬਣ ਕੇ ਜਿਉਣਾ ਇਹ ਬੁਜ਼ਦਿਲੀ ਹੈ। ਤੇ ਪੰਜਾਬ ਦਾ ਯੂਥ, ਪੰਜਾਬ ਦਾ ਨੌਜਵਾਨ ਨਾ ਤਾਂ ਪਹਿਲਾਂ ਬੁਜ਼ਦਿਲ ਸੀ ਤੇ ਨਾ ਅੱਜ ਬੁਜ਼ਦਿਲ ਹੈ। ਅਸੀਂ ਗੁਲਾਮ ਬਣ ਕੇ ਜਿਉਣਾ ਨਹੀਂ, ਅਸੀਂ ਹਿੱਕ ਤਾਣ ਕੇ ਸਿਰ ਚੱਕ ਕੇ ਆਪਦੇ ਹੱਕ ਹਕੂਕਾਂ ਦੇ ਲਈ ਲੜਦੇ ਰਹਾਂਗੇ। ਇਹ ਮੰਤਰੀ ਸਾਹਿਬ ਸਾਨੂੰ ਰੋਕ ਨਹੀਂ ਸਕਦੇ। ਪਟਿਆਲਾ ਦੇ ਵਿੱਚ ਸੈਫੀ ਗਰੁੱਪ ਦੇ ਕੌਮੀ ਪ੍ਰਧਾਨ ਪੁਸ਼ਪਿੰਦਰ ਸਿੰਘ ਤਾਊ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਾਂਗੇ ਜਿਹੜਾ ਅੱਜ ਦਾ ਇਹ ਸਾਰਾ ਪ੍ਰੋਗਰਾਮ ਸੀ ਸੈਫੀ ਗਰੁੱਪ ਵੱਲੋਂ ਉਲੀਕਿਆ ਗਿਆ ਸੀ, ਪਰ ਜਿਵੇਂ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਆ ਕੇ ਪ੍ਰੋਗਰਾਮ ਰੋਕਿਆ ਗਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੇ ਪ੍ਰੋਗਰਾਮ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰੋਗਰਾਮ ਤਾਂ ਇੱਥੇ ਜੀ ਆਪਣੀ ਟੈਂਕੀ ਕੋਲੋਂ ਲਿਖਿਆ ਗਿਆ ਸੀ, ਇਹ ਇਕੱਠ ਰੱਖਿਆ ਸੀ ਤੇ ਇਹਨਾਂ ਨੇ ਪਰਮਿਸ਼ਨ ਵੀ ਲਈ ਸੀ। ਤਾਂ ਇੱਕ ਰਾਜਨੀਤਿਕ ਪ੍ਰੈਸ਼ਰ ਕਰਕੇ ਇਹਨੂੰ ਸਾਰੇ ਇਕੱਠ ਨੂੰ ਤਿੱਤਰ ਬਿੱਤਰ ਕਰਨ ਵਾਸਤੇ ਡੀਐਸਪੀ ਸਾਹਿਬ ਖੁਦ ਆਏ ਨੇ, ਵੱਡੀ ਪੁਲਿਸ ਫੋਰਸ ਆਈ ਆ ਤੇ ਉਹਨਾਂ ਨੇ ਦਬਕੇ ਮਾਰੇ ਨੇ। ਪਰ ਇੱਕ ਗੱਲ ਦੀ ਖੁਸ਼ੀ ਵੀ ਆ ਨਾਲ ਵੀ ਇੰਨਾ ਜ਼ਿਆਦਾ ਇਕੱਠ ਸੀ ਨੌਜਵਾਨਾਂ ਦਾ ਕਿ ਇੱਥੋਂ ਟੈਂਕੀ ਤੋਂ ਲੈ ਕੇ ਤੇ ਆਪਣਾ ਦੁਖਨਿਵਾਰਨ ਸਾਹਿਬ ਤੱਕ ਲਾਈਨ ਨਹੀਂ ਟੁੱਟੀ ਨੌਜਵਾਨਾਂ ਦੀ। ਤੇ ਅਜੇ ਵੀ ਆਪਣੇ ਜਿਹੜਾ ਦਿੱਤਾ ਟਾਈਮ ਸੀ ਉਹ ਤੋਂ 3-4 ਘੰਟੇ ਟੱਪ ਗਏ ਨੇ। ਉਸ ਤੋਂ ਬਾਅਦ ਵੀ ਆ ਤੁਸੀਂ ਨਿਗਾਹ ਮਾਰੋ ਕਿੰਨੇ ਨੌਜਵਾਨ ਅਜੇ ਵੀ ਖੜੇ ਨੇ। ਸੋ ਜਿਹੜਾ ਜਥੇਬੰਦੀ ਸੈਫੀ ਆ 15-16 ਸਾਲ ਤੋਂ ਕੰਮ ਕਰ ਰਹੀ ਹੈ, ਸਮਾਜਿਕ ਕੰਮ ਵੀ ਕਰਦੀ ਹੈ, ਰਾਜਨੀਤਿਕ ਵੀ ਕਰਦੀ ਹੈ। ਹਰ ਥਾਂ ਤੇ ਕਿਸਾਨ ਅੰਦੋਲਨ 'ਚ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਨੌਜਵਾਨਾਂ ਦਾ। ਕੱਲੇ ਦਾ ਵੱਖੋ ਵੱਖਰਾ, ਕਿਸੇ ਦਾ ਸ਼ੰਭੂ ਬਾਰਡਰ ਤੇ, ਕਿਸੇ ਦਾ ਖਨੌਰੀ ਬਾਰਡਰ ਤੇ, ਕਿਸੇ ਦਾ ਸਿੰਘੂ ਬਾਰਡਰ ਤੇ ਬਹੁਤ ਮਤਲਬ ਵੱਡਾ ਯੋਗਦਾਨ ਹੈ ਤੇ ਬਹੁਤ ਜ਼ਿਆਦਾ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ। ਤੇ ਅੱਜ ਇਸ ਗੱਲ ਦੀ
ਜੇ ਦੋਖੇ ਨਾਲ ਵੀ ਪ੍ਰਸ਼ਾਸਨ ਨੇ ਧੱਕਾ ਕੀਤਾ ਤੇ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਇੰਨਾ ਧੱਕਾ ਹੋਣ ਦੇ ਬਾਵਜੂਦ ਵੀ ਇੰਨੇ ਨੌਜਵਾਨ ਇੱਥੇ ਮਤਲਬ ਇੱਕ ਕਿੱਲੇ ਵਾਂਗੂ ਗੱਡੇ ਖੜੇ ਨੇ। ਪੁਸ਼ਪਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਜਿਹੜਾ ਇਕੱਠ ਹੈ, ਇਹ ਰਾਜਨੀਤਿਕ ਹੀ ਸਮਝ ਲਈਏ ਵੀ ਹੁਣ ਸੈਫੀ ਗਰੁੱਪ ਜਿਹੜਾ ਇਲੈਕਸ਼ਨਾਂ ਦੇ ਵਿੱਚ ਆਉਣ ਵਾਲਾ ਹੈ, ਕਿਉਂਕਿ 2022 ਦੀਆਂ ਇਲੈਕਸ਼ਨਾਂ ਦੀ ਤਿਆਰੀ ਬਿਲਕੁਲ ਸਾਰੇ ਪਾਰਟੀਆਂ ਕਰ ਰਹੀਆਂ ਨੇ। ਸੈਫੀ ਗਰੁੱਪ ਬਾਹਰ ਰਹਿ ਕੇ ਕਿਸੇ ਦੀ ਮਦਦ ਕਰੇਗਾ ਜਾਂ ਆਪ ਖੁਦ ਚੋਣਾਂ ਦੇ ਵਿੱਚ ਆਏਗਾ? ਸੈਫੀ ਗਰੁੱਪ ਜੀ ਖੁਦ ਇਲੈਕਸ਼ਨ ਲੜੇਗਾ 2022 ਵਿਧਾਨ ਸਭਾ ਚੋਣਾਂ ਨੂੰ। ਸੈਫੀ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਯਾਦਵਿੰਦਰ ਸਿੰਘ ਗੋਲਡੀ ਪਟਿਆਲਾ ਦਿਹਾਤੀ ਤੋਂ ਵਿਧਾਨ ਸਭਾ ਚੋਣਾਂ ਲੜਨਗੇ। ਤੁਸੀਂ ਆਪ ਵੀ ਕਿੱਧਰੋਂ ਤਿਆਰੀ ਕਰ ਰਹੇ ਹੋ? ਨਹੀਂ, ਮੇਰੀ ਕੋਈ ਤਿਆਰੀ ਨਹੀਂ ਜੀ, ਤੇ ਮੈਂ ਕਿਤੋਂ ਵੀ ਇਲੈਕਸ਼ਨ ਨਹੀਂ ਲੜਾਂਗਾ ਖੁਦ। ਜਿਹੜਾ ਅੱਜ ਦਾ ਪ੍ਰੋਗਰਾਮ ਰਿਹਾ, ਯੂਥ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਇੱਥੇ ਇਕੱਤਰ ਹੋਇਆ, ਇਸ ਤੋਂ ਬਾਅਦ ਵੀ ਹੁਣ ਕੋਈ ਰੈਲੀਆਂ ਜਾਂ ਕੋਈ ਹੋਰ ਪ੍ਰੋਗਰਾਮ ਲਿਖੇ ਜਾਣਗੇ ਸੈਫੀ ਗਰੁੱਪ ਵੱਲੋਂ? ਹਾਂ, ਇਹ ਸਾਡੀ ਜਿਹੜੀ ਆਪਣੀ ਉਹ 5 ਮੈਂਬਰੀ ਉੱਚ ਕਮੇਟੀ, ਉਹ ਸਾਰੇ ਬਹਿ ਕੇ ਸਲਾਹ ਕਰਕੇ ਇੱਕ ਤੋਂ ਬਾਅਦ ਇੱਕ ਰੈਲੀਆਂ ਤੇ ਇਕੱਠ ਲਿਖੇ ਜਾਣਗੇ। ਸਾਡਾ ਇੱਥੇ ਇੱਕ ਨੌਜਵਾਨ ਹੈ ਆਪਣਾ ਸੋਨੂ ਭਗੌਰਾ, ਉਹਨਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਵੀ ਉਹ ਵੀ ਇਲੈਕਸ਼ਨ ਲੜਨਗੇ। ਕਿਹੜੀ ਸੀਟ ਤੋਂ? ਇਹ ਆਪਣਾ ਭਗੌਰਾ ਸੀਟ ਹੈ, ਘਨੌਰ ਸੀਟ ਤੋਂ ਉਹ ਵੀ ਇਲੈਕਸ਼ਨ ਲੜਨਗੇ, ਕਿਉਂਕਿ ਉਹਨਾਂ ਦਾ ਵੀ ਬਹੁਤ ਵਧੀਆ ਉੱਧਰ ਰਸੂਖ ਹੈ, ਅਸਰ ਹੈ, ਤੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਉਹਨਾਂ ਨੇ ਕੰਮ ਕੀਤਾ ਹੈ। ਅਸੀਂ ਉਹਨਾਂ ਨੂੰ ਵੀ ਮਨਾ ਰਹੇ ਹਾਂ ਤੇ ਵੀ ਉਹਨਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਵੀ ਉਹ ਇਲੈਕਸ਼ਨ ਲੜਨਗੇ। 117 ਸੀਟਾਂ ਤੇ ਲੜੋਗੇ ਜਾਂ ਕਿਸੇ ਨਾਲ ਅਲਾਈਅੰਸ ਕਰਨ ਦੀ ਗੱਲਬਾਤ ਹੋਏਗੀ? ਨਹੀਂ, ਅਜੇ ਤਾਂ ਇੱਕ ਸੀਟ ਹੀ ਅਸੀਂ ਅਨਾਉਂਸ ਕੀਤੀ ਹੈ, ਤੇ 117 ਜਿੰਨਾ ਬੰਦੇ ਦਾ ਵਿੱਤ ਹੁੰਦਾ ਨਾ, ਉਹਨਾਂ ਕੋਈ ਕੰਮ ਕਰਨਾ ਚਾਹੀਦਾ ਤੇ ਉਹਨਾਂ ਹੀ ਅਸੀਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਸੋਏ ਸਨ ਪੁਸ਼ਪਿੰਦਰ ਸਿੰਘ ਤਾਊ, ਇਹ ਸੈਫੀ ਗਰੁੱਪ ਜੋ ਦੱਸ ਰਹੇ ਸੀ ਬਾਈ ਜੀ ਵੀ, ਇਹਨਾਂ ਦੀ ਕਾਫੀ ਯੂਨਿਟਾਂ ਜਿਹੜੀਆਂ ਹਰੇਕ ਕਾਲਜ ਹਰੇਕ ਯੂਨੀਵਰਸਿਟੀ ਦੇ ਵਿੱਚ ਨੇ, ਔਰ ਹੁਣ ਸੈਫੀ ਗਰੁੱਪ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਬਾਈ ਜੀ ਉਹਨਾਂ ਨੇ ਦੱਸਿਆ ਹੈ 1 ਤੋਂ 2 ਸੀਟਾਂ ਤੇ ਅਸੀਂ ਜ਼ਰੂਰ ਲੜਾਂਗੇ, ਔਰ ਬਾਕੀ ਜੇ ਕਿਸੇ ਨਾਲ ਅਲਾਈਅੰਸ ਕਰਨਾ ਪਿਆ, ਹੋਰ ਪਾਰਟੀ ਨਾਲ ਜੁੜਨਾ ਪਿਆ, ਤਾਂ ਉਹ ਵੀ ਸਮਾਂ ਆਉਣ ਤੇ 2022 ਦੀਆਂ ਇਲੈਕਸ਼ਨਾਂ ਜਿਸ ਤਰ੍ਹਾਂ ਹੀ ਸਮਾਂ ਆਉਣ ਤੇ ਉਸ ਦਾ ਵੀ ਦੱਸਿਆ ਜਾਵੇਗਾ। ਸੋ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਪਰਵਿੰਦਰ ਸਿੰਘ ਚੱਡਾ, ਔਨ 에ਅਰ ਪਟਿਆਲਾ।